फिल्मा वांगू पूरी फिल्म। सर आप इमेजिन करो, इसके घर पे कोई आइडिया नहीं, और बड़े बड़े वो जैसे पुराने घरों में स्पीकर नहीं होते, उस पे इसके भाई ने ऑक्स लगाई और उस पे ये इसकी मम्मा पूछते कहाँ थी तू, ये कह रही मैं कॉलेज थी, ठीक है। इसके मम्मा कहते पक्का दोबारा पूछ रही हूँ कहाँ थी तू, कहती मम्मा मैं कॉलेज थी। उन्होंने कहते ये सुन, फिर वहां से बातें आ रही बाबू सोना टोना ये वो, और उसके वक्त आई थिंक ये भागी वॉशरूम में, इसने अपने आप को बाथरूम में बंद कर लिया, मैं बहुत सारे घंटे, या फिर एक थप्पड़ पड़ चुका था शायद। एक थप्पड़ नहीं, वो बाद में पड़ा था, बट वॉशरूम में आई थिंक ऑलमोस्ट 7-8 घंटे बंद रही। रो के बंद हो गई ਕਿਉਂਕਿ थी। ਮੈਂ ਆਪਣੀ ਮੰਮਾ ਨੂੰ ਪਿਆਰ ਵੀ ਬਹੁਤ ਕਰਦੀ ਆ, ਬਟ ਮੈਨੂੰ ਡਰ ਵੀ ਬਹੁਤ ਲੱਗਦਾ ਸੀਗਾ ਸਰ। ਬਸ ਨੈਕਸਟ ਉਸ ਤੋਂ ਬਾਅਦ ਇਦਾਂ ਹੀ ਸੀਗਾ ਕਿ ਜੇ ਮੈਂ ਫਿਆਂਸ਼ੂ ਨਾਲ ਵਿਆਹ ਕਰਾਣਾ, ਆਈ ਹੈਵ ਟੂ ਬਿਕਮ ਇੰਡੀਪੈਂਡੈਂਟ, ਆਈ ਨੀਡ ਟੂ ਫੋਕਸ ਔਨ ਮਾਈ ਕਰੀਅਰ। ਮੈਂ ਡਿਸਾਈਡ ਕੀਤਾ ਆਮ ਗੋਨਾ ਕਮ ਮਤਲਬ ਕਿ ਟੂ ਕੈਨੇਡਾ, ਤੇ ਮੈਂ ਆਪਣਾ ਪੜ੍ਹਾਈ ਵੱਲ ਫੋਕਸ ਕਰਨਾ। ਤੇ ਮੈਂ ਇਹਨੂੰ ਵੀ ਕਹਿ ਦਿੰਦੀ ਸੀ, ਮੈਂ ਕਿਹਾ ਫਿਆਂਸ਼ੂ ਹੁਣ ਮੈਂ ਕੈਨੇਡਾ ਜਾ ਰਹੀ ਹਾਂ, ਤੂੰ ਦੇਖ ਲਾ ਆਪਾਂ ਮੈਨੇਜ ਕਰ ਲਾਂਗੇ ਨਾ। ਤੇ ਇਹ ਬੜਾ ਮਜ਼ਾਕ ਜਿਹਾ ਲੈਂਦਾ ਸੀ, ਕਹਿੰਦਾ ਇਦਾਂ ਹੀ ਥੋੜਾ ਨਾ ਵੀਜ਼ਾ ਲੱਗ ਜਾਂਦੇ ਸਾਰੇ, ਯਾ ਤੂੰ ਕਿੱਥੇ ਜਾਣਾ ਕਰ ਸਕਦੇ ਹੋ। ਫਿਰ ਜਿਸ ਦਿਨ ਕੀਰਤ ਆਉਂਦੀ ਨਹੀਂ ਸੀ ਟਿਊਸ਼ਨ ਤੇ, ਉਸ ਦਿਨ ਫਿਰ ਕੀ ਹਾਲ ਹੁੰਦਾ ਸੀ ਤੇ ਕਿਵੇਂ ਫਿਰ ਅਪਰੋਚ? सर मैं खुद नहीं, हमारी शादी इतनी बार ऑन ऑफ गई है, कोई हद नहीं। इवन रोके के बाद, एंगेजमेंट के बाद भी एक बारी तो फिर से ऑफ होने हुआ था हमारा। ਰਿਸ਼ਤੇਦਾਰ ਰਹਿ ਗਿਆ ਹੋਣਾ ਹੈ ਜਾ। बस सर पूछो मत, मैं तो ਕੋਈ ਨਾ ਕੁਛ ਨਾ ਕੁਛ। ਮੇਰੀ ਮੰਮਾ ਐਕਚੁਅਲੀ ਸਿੰਗਲ ਮਦਰ ਹੈ। ਆਈ ਲੋਸਟ ਮਾਈ ਫਾਦਰ ਵੈਨ ਆਈ ਵਾਸ ਵੈਰੀ ਯੰਗ, ਸੋ ਬਹੁਤ ਪ੍ਰੈਸ਼ਰ ਆ ਜਾਂਦਾ ਫੈਮਿਲੀ ਦੇ ਉੱਤੇ। ਮੇਰੀ ਮਦਰ ਦੇ ਉੱਤੇ ਬਹੁਤ ਜ਼ਿਆਦਾ ਪ੍ਰੈਸ਼ਰ ਸੀਗਾ, ਐਂਡ ਹਰ ਕੋਈ ਗਾਈਡ ਕਰਦਾ ਕਿ ਅੱਛਾ ਕੀ ਸੋਚਿਆ ਹੈ ਨਾ, ਫਿਰ ਕੋਈ ਨਾ ਕੋਈ ਆਪਣੀ ਟਿੱਪਣੀ ਵੀ ਦਿੰਦਾ। ਫਿਆਂਸ਼ੂ ਟਰਨ 25th, ਮੈਂ ਇਹਨੂੰ ਸਰਪ੍ਰਾਈਜ਼ ਦੇਣ ਲਈ ਵੀ ਗਈ ਸੀ, ਸਿਰਫ ਇੱਕ ਦਿਨ ਲਈ। आप ये बात बिलीव नहीं करोगे, इसने लेस देन 24 घंटे बिताने के लिए इसने टोटल 50 आवर्स ट्रैवल किया, एक दिन के लिए इंडिया आई है कनाडा से। अच्छा, मिली आपको? हाँ, एक दिन के लिए। कहाँ? दिल्ली? दिल्ली। ਰੈਡ ਐਫਐਮ ਸੁਣਨ ਵਾਲਿਆਂ ਦਾ ਇੱਕ ਵਾਰੀ ਫਿਰ ਸਵਾਗਤ ਹੈ ਅੱਜ ਦੇ ਇਸ ਪਿਆਰ ਦੇ ਸੈਗਮੈਂਟ ਵਿੱਚ। ਹੈਪੀ ਵੈਲੈਂਟਾਈਨ ਡੇ। ਅੱਜ ਸਾਡੇ ਵਾਕਈ ਸਟੂਡੀਓ ਦੇ ਵਿੱਚ ਮੁੰਦਰਾਂ ਵਾਲਾ ਮੁੰਡਾ ਅਤੇ ਇੱਕ ਬੜੀ ਖੂਬਸੂਰਤ ਲੜਕੀ, ਦੋਨੇ ਹੀ ਪ੍ਰੇਮੀ ਜਿਹੜੇ ਆਏ ਹੋਏ ਨੇ, ਜਿਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਆਈਆਂ ਔਰ ਉਹਨਾਂ ਨੇ ਬੜੀਆਂ ਮੁਸ਼ੱਕਤਾਂ ਤੋਂ ਬਾਅਦ ਇੱਕ ਐਸੀ ਸਟੇਜ ਹਾਸਲ ਕੀਤੀ ਹੈ ਜਿੱਥੇ ਉਹਨਾਂ ਦਾ ਪਿਆਰ ਪ੍ਰਵਾਨ ਚੜ੍ਹਿਆ ਹੈ। ਫਿਆਂਸ਼ੂ ਸ਼ਰਮਾ ਅਤੇ ਕੀਰਤ ਕੌਰ ਗਿੱਲ ਸ਼ਰਮਾ ਅੱਜ ਸਾਡੇ ਸਟੂਡੀਓਜ਼ ਦੇ ਵਿੱਚ ਨੇ। ਕੀਰਤ ਬਹੁਤ ਇੰਟੈਲੀਜੈਂਟ ਅਤੇ ਸੋਹਣੀ ਕੁੜੀ ਹੈ, ਜਿਹੜੇ ਚੰਡੀਗੜ੍ਹ 'ਚ ਆਪਸ ਵਿੱਚ ਹੀ ਮਿਲੇ, ਔਰ ਬੜਾ ਇੰਟੈਲੀਜੈਂਟ ਮੁੰਡਾ ਫਿਆਂਸ਼ੂ, ਔਰ 6 ਫੁੱਟ 2 ਇੰਚ, ਬਹੁਤ ਲੰਬਾ ਸੋਹਣਾ ਸੁਨੱਖਾ ਮੁੰਡਾ ਹੈ। ਸੋ ਇਹਨਾਂ ਦੇ ਪਿਆਰ ਦੀ ਕਹਾਣੀ ਕਿੱਥੋਂ ਸ਼ੁਰੂ ਹੁੰਦੀ ਹੈ, ਇਹ ਇਹਨਾਂ ਦੀ ਜ਼ੁਬਾਨੀ। ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ, ਵੈਲਕਮ। थैंक यू सो मच सर। ਥੈਂਕ ਯੂ ਵੈਰੀ ਮਚ ਫॉर ਜੁਆਇਨਿੰਗ ਅਸ ਟੁਡੇ। ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜਿਹੜੇ ਵੀ ਅੱਜ ਸੁਣ ਰਹੇ ਨੇ ਸਾਨੂੰ, ਐਂਡ ਵੀ ਆਰ ਸੋ ਹੈਪੀ ਟੂ ਬੀ ਔਨ ਦ ਸ਼ੋਅ ਟੁਡੇ। ਥੈਂਕ ਯੂ ਫॉर ਦੀ ਓਪਰਚੁਨਿਟੀ। ਮੇਰਾ ਖਿਆਲ ਆ ਕਿ ਤੁਸੀਂ ਇੰਨੇ ਅਣਜਾਣੇ ਨਹੀਂ ਗਏ, ਲੋਕ ਤੁਹਾਨੂੰ ਕਾਫੀ ਜਾਣਦੇ ਵੀ ਨੇ, ਤੁਹਾਡਾ YouTube ਦੇ ਚੈਨਲ 'ਤੇ ਤੁਹਾਨੂੰ ਵੇਖਦੇ ਵੀ ਰਹਿੰਦੇ ਆ। हाँ जी सर। ਤੁਹਾਡੇ ਕਾਫੀ ਸਬਸਕ੍ਰਾਈਬਰ ਨੇ। ਸੋ ਸਾਨੂੰ ਸਭ ਤੋਂ ਪਹਿਲਾਂ ਤਾਂ ਮੈਨੂੰ ਇਹ ਦੱਸੋ ਬਈ ਤੁਸੀਂ ਕਿੱਥੇ ਤੇ ਕਿਵੇਂ ਮਿਲੇ, ਹਾਊ ਯੂ ਮੈਟ? ਸਰ ਅਸੀਂ ਚੰਡੀਗੜ੍ਹ ਮਿਲੇ ਸੀਗੇ। ਆਈ ਵਾਸ ਓਨਲੀ 16-17 ਇਅਰਸ ਓਲਡ। हाँ जी। ਤੇ ਅਸੀਂ ਟਿਊਸ਼ਨ ਤੇ ਮਿਲੇ ਸੀ ਐਕਚੁਅਲੀ। ਸੋ ਸਾਡੀ ਆਫਟਰ ਉੱਥੇ ਜਿਵੇਂ ਆਪਾਂ ਸਕੂਲ ਜਾਂਦੇ ਹਾਂ ਤਾਂ ਉਸ ਤੋਂ ਬਾਅਦ ਆਫਟਰ ਸਕੂਲ ਥੋੜਾ ਜਿਹਾ ਚਾਹੀਦੀਆਂ ਹੁੰਦੀਆਂ ਟਿਊਸ਼ਨਸ, ਥੋੜਾ ਸੀਰੀਅਸ ਹੋ ਕੇ ਪੜ੍ਹਨ ਲਈ, ਤੇ ਅਸੀਂ ਉੱਥੇ ਮਿਲੇ ਸੀਗੇ। ਐਂਡ ਯਾ ਸਿੰਸ ਦੈਨ ਵੀ ਹੈਵ ਬੀਨ ਟੂਗੇਦਰ। ਕਿਉਂਕਿ ਆਮ ਤੌਰ ਦੇ ਉੱਤੇ ਜਿਹੜੀਆਂ ਮੀਟਿੰਗਸ ਨੇ ਕੰਮ ਤੇ ਕਾਲਜ ਦੇ ਵਿਹੜਿਆਂ 'ਚ ਜਾਂ ਕਿਤੇ ਹੋਰ ਕੈਂਟੀਨ ਜਾਂ ਕਿਤੇ ਹੋਰ, ਪਰ ਤੁਸੀਂ ਟਿਊਸ਼ਨ ਤੇ ਮਿਲੇ ਹੋ। ਟਿਊਸ਼ਨ ਤੇ ਮਿਲੇ ਸੀ। हमारी अकाउंट्स की ट्यूशन थी और हम लोग 16, हम दोनों की सेम ही एज है, 16 साल के थे, और कोई आइडिया नहीं था कि मैं ऐसे किसी से मिलूँगा ट्यूशन में। पर जब बात हुई तो थोड़ा सा ऐसे होता है कि टिपिकल बॉयज़ बीइंग बॉयज़, सो अच्छी लगी कीरत। तो मैंने कहा यार ये तो मतलब वो होता नहीं है अंदर से, और शी इज़ वेरी ब्यूटीफुल, ठीक है, दैट्स द फैक्ट। सो शी इज़ वेरी प्रिटी। तो मेरे को अंदर से हुआ, मैं कहा यार थोड़ी सी अट्रैक्शन तो हो रही है। ਇਹ ਪਹਿਲੀ ਨਜ਼ਰ की मोहब्बत? सर पहले दोस्ती हुई एक्चुअली। स्टार्टिंग में थोड़ा शाय होता है। अब ट्यूशन में आप जब किसी को देखते हो, किसी सुंदर लड़की को, तो मोहब्बत तो नहीं मैं कहूँगा, बट एकदम से ऐसा लगा यार शी इज़ वेरी प्रिटी, ठीक है। और फिर जब बात करी तब मैं कहूँगा कि पहली बात की मोहब्बत। अच्छा। बिकॉज हम दोनों बहुत सिमिलर हैं और एकदम से कनेक्ट हुआ, तो मुझे लगा कि यार शी कैन बी द बेस्ट फ्रेंड। एंड वहाँ से जब बातें बार बार हुई
तो मैं कहा ये बेस्ट फ्रेंड तो नहीं है, इससे ज़्यादा ही फील हो रहा है मुझे। ਕਿਰਤ ਤੁਹਾਨੂੰ ਕਿਵੇਂ ਲੱਗਿਆ ਜਦੋਂ ਤੁਸੀਂ ਪਹਿਲੀ ਮੈਂ ਵਾਰੀ ਸਰ ਆਈ ਵਾਸ ਟੋਟਲੀ ਅਗੇਂਸਟ ਇਟ। ਮੈਨੂੰ ਐਸਾ ਸੀਗਾ ਕਿ ਨਹੀਂ, ਮੈਂ ਤਾਂ ਮਤਲਬ ਕਿ ਆਪਣਾ ਪੜ੍ਹਨਾ ਹੈ ਤੇ ਹੋਰ ਕੁਝ ਨਹੀਂ, ਬਸ ਸਿਰਫ ਪੜ੍ਹਾਈ ਤੇ ਫੋਕਸ ਤੇ ਕਰੀਅਰ ਦੇ ਉੱਤੇ ਫੋਕਸ ਕਰਨਾ ਹੈ। ਅੱਛਾ। ਐਂਡ ਆਈ ਨੈਵਰ ਯੂਜ਼ਡ ਟੂ ਲਾਈਕ ਟਾਕ ਟੂ ਐਨੀਬਾਡੀ, ਮਤਲਬ ਕਿ ਕਿਸੇ ਮੁੰਡੇ ਨਾਲ ਵੀ ਮੈਂ ਗੱਲ ਨਹੀਂ ਕਰਦੀ ਸੀਗੀ। ਹੀ ਵਾਸ ਵਨ ਆਫ ਮਾਈ ਫਰਸਟ ਗਾਈ ਫਰੈਂਡ ਐਕਚੁਅਲੀ। Just to add it up, I was her first guy friend, but she used to hate boys also. ਵਾਓ Yes, that's what she ਪਤਾ said. ਨਹੀਂ, ਮੈਨੂੰ ਏਦਾਂ ਲੱਗਦਾ ਸੀਗਾ ਕਿ ਨਹੀਂ, ਬਸ ਫੋਕਸ ਪੜ੍ਹਾਈ ਤੇ ਰੱਖਣਾ ਹੈ ਤੇ ਮੁੰਡੇ ਨਾਲ ਕਿਸੇ ਨਾਲ ਗੱਲ ਨਹੀਂ ਕਿਸੇ ਕਰਨੀ। ਮੁੰਡੇ ਨਾਲ ਗੱਲ ਨਹੀਂ ਕਰਨੀ। ਜਿਹੜੇ ਗੱਲ ਕਰਨ ਆਉਂਦੇ ਸੀ ਉਹ ਪਤਾ ਨਹੀਂ ਚੰਗੇ ਨਹੀਂ ਲੱਗਦੇ ਸੀ, ਦ ਵੇ ਦੇ ਯੂਜ਼ ਟੂ ਟਾਕ ਔਰ ਅਪਰੋਚ ਹੈ ਨਾ, ਮੈਨੂੰ ਏਦਾਂ ਬੜਾ ਹੀ ਅਜੀਬ ਲੱਗਣਾ। ਤੇ ਹੀ ਵਾਸ ਡਿਫਰੈਂਟ, ਦ ਵੇ ਹੀ ਅਪਰੋਚ ਵਾਸ ਵੈਰੀ ਡਿਫਰੈਂਟ। ਉਹ ਅਪਰੋਚ ਦੱਸੋ ਕਿਹੜੀ ਸੀ? ਹੁਣ ਬਹੁਤ ਸਾਰੇ ਲੋਕ ਜਾਣਨਾ ਚਾਹੁੰਦੇ ਇਸ ਤਰ੍ਹਾਂ ਅਪਰੋਚ ਕਰਨਾ ਚਾਹੀਦਾ। ਸਰ ਮਤਲਬ ਕਿ ਏਦਾਂ ਪਿੱਛੇ ਨਾ ਪੈ ਜਾਓ, ਹੈ ਨਾ। ਤੁਹਾਨੂੰ ਮਤਲਬ ਕਿ ਪਹਿਲਾਂ ਤੁਸੀਂ ਯੂ ਸ਼ੁੱਡ ਨੋ ਦ ਪਰਸਨ, ਨਾ ਕਿ ਸਿਰਫ ਦੇਖ ਕੇ ਹੀ ਤੁਸੀਂ ਬਸ ਕਹਿ ਦਿਓ ਜੀ ਤੁਸੀਂ ਮੈਨੂੰ ਬਹੁਤ ਪਸੰਦ ਹੋ ਤੇ ਪਿੱਛੋਂ ਕਰਨ ਲੱਗ ਜਾਓ, ਸਕੂਟਰ ਪਿੱਛੇ ਲਾ ਏਦਾਂ ਕਰਦੇ ਹੁੰਦੇ ਸੀਗੇ। ਮਤਲਬ ਕਿ ਤੇ ਬੜਾ ਡਰ ਲੱਗਦਾ ਹੁੰਦਾ ਸੀ ਐਜ਼ ਅ ਗਰਲ, ਤੁਸੀਂ ਆਂਦਾ ਹੁੰਦਾ ਸੀ ਕਿ ਏਦਾਂ ਕਿਉਂ ਕਰ ਰਹੇ ਨੇ, ਹੈ ਨਾ। ਬਟ ਹੀ ਵਾਸ ਸੁਪਰ ਨਾਈਸ ਤੇ ਇਹਨੇ ਮਤਲਬ ਕਿ ਐਜ਼ ਅ ਫਰੈਂਡ ਅਪਰੋਚ ਕੀਤਾ। ਐਂਡ ਪੜ੍ਹਾਈ ਨਾਲ ਕਰਨੀ, ਜਿਵੇਂ ਹੀ ਯੂਜ਼ ਟੂ ਬਹੁਤ ਇਹਨੇ ਨਾ ਡਿਫਰੈਂਟ ਵੇ ਨਾਲ ਕੀਤਾ ਤਿਆਰ। ਇਹਨੇ ਐਕਚੁਅਲੀ ਬਹੁਤ ਪੜ੍ਹਾਈ ਵੱਲ ਧਿਆਨ ਦੇਣ ਲੱਗ ਗਿਆ ਇਹ। ਸੋ ਸਰ ਨੇ ਕੋਈ ਵੀ ਕੁਐਸਚਨ ਪੁੱਛਣਾ ਤੇ ਇਹਨੇ ਸਭ ਤੋਂ ਪਹਿਲਾਂ ਆਨਸਰ ਦੇਣਾ। ਮੈਂ ਕਿਹਾ ਕੌਣ ਹੈ ਇਹ ਮੁੰਡਾ ਜਿਹੜਾ ਮਤਲਬ ਕਿ ਮੇਰੇ ਤੋਂ ਵੀ ਜਲਦੀ ਆਨਸਰ ਦੇ ਰਿਹਾ ਹੈ ਨਾ। ਐਂਡ ਆਈ ਸਟਾਰਟਡ मतलब कि नोटिसिंग हिम। तो उस तो बाद वो कहता आपको नहीं समझ में आ रहा, मैं आपको समझा देता हूँ, ये ना ऐसे नहीं ऐसे होता है। ਅੱਛਾ ਫਿਰ ਇਹ ਜਾਣਬੁੱਝ ਕੇ ਬਣਾਈ ਹੋਈ ਸਟ੍ਰੈਟਜੀ ਸੀ ਕੁੜੀ ਫਸਾਉਣ ਲਈ ਜਾਂ ਕਿ ਕੁਦਰਤੀ ਸੀ ਪਹਿਲਾਂ ਤੁਸੀਂ ਇਸ सर मैं कहूँगा प्लान ए स्ट्रैटेजी थी, बिकॉज टू ऑल द बॉयज़ जितने भी लड़के सुन रहे हैं, ये बात मैं बताना चाहता हूँ कि लड़कियाँ इंटेलिजेंट और जो पढ़ाई में अच्छे लड़के होते हैं उनका एक ऑलरेडी एक अच्छा इंप्रेशन पड़ जाता है। सो जब जब मुझे था कि जब मेरी बात करने वाली स्टेज थी तब मैं सर इतनी ज़ोरों शोरों से होमवर्क करके आता था हर रोज़ कि सर कोई सवाल पूछ ले, ऐसा ना हो कि मुझे ना आता हो। ਪਰ ਤੁਹਾਨੂੰ ਇਹ ਨਹੀਂ ਲੱਗਿਆ ਕਦੇ ਵੀ ਕਿਤੇ ਕੀਰਤੀ ਨਾ ਸਮਝੀ ਤਾਂ ਬੁੱਕ ਵਾਰਮ ਹੈ? नहीं सर, और भी ट्रेड्स थे ना। He used to make jokes and everything. So ਮਤਲਬ ਉਸ ਤੋਂ ਬਾਅਦ ਅਸੀਂ ਮੈਂ ਇਹਨੂੰ ਸਿਰਫ ਮਤਲਬ ਕਿ ਅਪਰੋਚ ਕਰਦੀ ਸੀਗੀ, ਓਕੇ ਠੀਕ ਹੈ ਸਮਝਾ ਦੇ, ਹੈ ਨਾ, ਇਹ ਕੁਐਸਚਨ ਕਿੱਦਾਂ ਕੀਤਾ। ਐਂਡ ਦੈਨ ਵੀ ਸਟਾਰਟਡ ਟਾਕਿੰਗ ਐਂਡ ਦੈਨ ਵੀ ਬਿਕੇਮ ਫਰੈਂਡਸ। ਸੋ ਦੈਟਸ ਹਾਊ ਇਟ ਹੈਪਨਡ। ਜਸਟ ਇਟ ਵਾਜ਼ਨਟ ਲਾਈਕ ਕਿ ਬਈ ਹਾਂ ਮੈਂ ਤੈਨੂੰ ਪਸੰਦ ਕਰਦਾ ਹਾਂ ਆਪਾਂ ਗੱਲ ਕਰੀਏ। ਨੋ, ਇਟ ਵਾਜ਼ ਲਾਈਕ ਜੈਨੂਨ ਆਰਗੈਨਿਕ ਫਰੈਂਡਸ਼ਿਪ। ਐਂਡ ਉਸ ਤੋਂ ਬਾਅਦ ਬੈਸਟ ਫਰੈਂਡਸ ਬਣੇ। ਇੰਨੀ ਸਿਮਿਲੈਰਿਟੀਜ਼ ਹੋ ਗਈਆਂ, ਥਾਟਸ ਮਿਲਣ ਲੱਗ ਗਏ। ਜਦ ਤੁਹਾਡੇ ਥਾਟਸ ਤੁਸੀਂ ਕਨੈਕਟ ਕਰਦੇ ਹੋ ਨਾ, ਦੈਨ ਯੂ ਫੀਲ ਲਾਈਕ ਕਿ ਹਾਂ ਉਹ ਲੌਂਗ ਰਨ 'ਤੇ ਤੁਸੀਂ ਕਰ ਸਕਦੇ ਹੋ। ਫਿਰ ਜਿਸ ਦਿਨ ਕੀਰਤ ਆਉਂਦੀ ਨਹੀਂ ਸੀ ਟਿਊਸ਼ਨ 'ਤੇ, ਉਸ ਦਿਨ ਫਿਰ ਕੀ ਹਾਲ ਹੁੰਦਾ ਸੀ ਤੇ ਕਿਵੇਂ ਫਿਰ ਅਪਰੋਚ? सर मैं खुद नहीं जाता था। मैं ट्यूशन जाता ही इसके लिए था। एंड बट सच बताऊं मैं आपको तो ऐसा कभी दिन ही नहीं आया कि हम ट्यूशन नहीं गए। बहुत रेयर, ठीक है। और एक टाइम टेबल बना होता था कि जाना ही जाना है। प्लस क्योंकि शायद आप ये कह लो कि एक एक्साइटमेंट होती थी क्योंकि कीरत की फैमिली बहुत स्ट्रिक्ट है, ठीक है, थी। सो हम कहीं भी, आप मानोगे नहीं, पहले 4 साल ऑफ आवर रिलेशनशिप, ठीक है, हम कभी मूवी देखने भी साथ नहीं गए, हम कभी मॉल साथ नहीं गए। सो ट्यूशन वॉज द ओनली 2 घंटे जो मुझे कीरत को देखने को मिलते थे, ठीक है, और उसके बाद अपने अपने घर। सो वो ट्यूशन जाना, आप ये सोचो 16 साल का लड़का है, 17 साल का लड़का कैसे किसी को जो वो चाहने लगते हैं अंदर से, वो ट्यूशन कैसे मिस कर देगा। तो मेरे को तो वो 2 घंटे मिलते थे कीरत को देखने के लिए। ना गेड़ी मारने जा सकता था, कीरत के घर बहुत स्ट्रिक्ट थे, कीरत की मम्मा और ब्रदर। सो ऐसे ही था। ਪਰ ਕੀਰਤ ਤੁਹਾਨੂੰ ਲੱਗਿਆ ਨਹੀਂ ਵੀ ਮੈਂ ਸਿੱਖ ਫੈਮਿਲੀ ਨਾਲ ਬਿਲੋਂਗ ਕਰਦੀ ਹਾਂ, ਫਿਆਂਸ਼ੂ ਇੱਕ ਸ਼ਰਮਾ ਫੈਮਿਲੀ ਹੈ, ਹਿੰਦੂ ਫੈਮਿਲੀ ਨਾਲ ਬਿਲੋਂਗ ਕਰਦਾ, ਵੀ ਗੱਲ ਸਿਰੇ ਚੜ੍ਹਨੀ ਨਹੀਂ, ਰਹਿਣ ਹੀ ਦਿੰਦੀ ਹਾਂ ਮੈਂ? ਹਮੇਸ਼ਾ ਹੀ ਲੱਗਦਾ ਸੀਗਾ। ਮੈਂ ਇੰਨੀ ਵਾਰ ਇਹਨੂੰ ਇਸੇ ਕਰਕੇ ਮਨਾ ਕੀਤਾ ਸੀਗਾ ਕਿ ਨਹੀਂ ਹੋ ਸਕਦਾ, ਪੋਸੀਬਲ ਹੀ ਨਹੀਂ ਹੈ। तो ਇਹਨੇ ਬਸ ਯੂ ਕੈਨ ਕੰਟੀਨਿਊ। तो मैं आपको बताता हूँ, ये सब हुआ और हम लोगों का बॉन्ड बढ़ रहा है। अब आपको एक एज अ गाय भी आपको फीलिंग आने लग जाती है कि यार कहानी ठीक चल रही है। तो मैंने फुल फ़ोन पे इजहार करने के मूड में कि मैं आज कीरत को बता दूंगा कि ये दोस्ती से ज़्यादा है। और मुझे लगा कीरत तो मुझे लाइक करती है क्योंकि हम टाइम स्पेंड करते हैं, फ़ोन पे बातें करते हैं। टिपिकल वो गाय बिहेवियर दिमाग में था कि हाँ। तो जैसे ही मैंने कीरत को बताया कि कीरत आई लाइक यू मोर देन अ फ्रेंड, और कीरत का आंसर था आई लव यू। नो नो नो, लव यू तो बहुत रेयर सर, डर डर के आगे 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 बढ़े। एंड शी इज़ द ओनली गर्ल जिससे मैं थोड़ा डरता भी था क्योंकि
मतलब बहुत ही शरीफी, मतलब वो होता है ना, जैसे अब एक होता है, मेरे भी और बहुत सारे फीमेल फ्रेंड्स थे, बट हमें पता है चलता है, जोक जोक चलता है। ਡਰ ਇਹ ਸੀ ਵੀ ਇਹ ਗਾਲਾਂ ਕੱਢੂਗੀ ਕਿ ਡਰ ਇਹ ਸੀ ਵੀ ਕਿਤੇ ਮੇਰੇ ਨਾਲ ਰੁੱਸ ਨਾ ਜਾਵੇ, ਮੁੜ ਕੇ ਮਿਲੇ ਹੀ ਨਾ? उदास ना हो जाए, इसको ये ना लगे कि आए हाय ये लड़का भी मेरे को वो लव एंगल से देख रहा है। एक मसा दोस्त देखा था जिसमें वो भी, तो वो वाला डर ज़्यादा था। गाली तो नहीं, ऐसे आज भी नहीं बोल पाती सर। सो जब मैंने इसको बोला कि आई लाइक यू, शी सेड सॉरी, नो, बिग नो, सोचियो भी मत इस बारे में। मेरी मम्मा ने सरदार लड़के से शादी करवानी है, हिंदू लड़का एब्सोल्युटली नॉट। और मेरे को ये लॉजिक समझ भी नहीं आया, क्योंकि मैं हमेशा से ये देखता हूँ कि शादी दो लोगों का, इट्स लाइक पार्टनरशिप। तो इसमें एंड मेरे हाथ जुड़े हुए सारे लिसनर्स के लिए, रिलीजन यस प्ले करता है रोल, बट मुझे लगता है पहले एक अच्छा दिल होता है। तो मेरे वो वाला एंगल आ रहा था कि कीरत, हिंदू लड़कों को भी मौका दिया जा सकता है, ये तो एलिमिनेट ही कर दिया तूने। सो दैट वाज माय अप्रोच, बट देन मैंने डिसाइड किया, मैंने कहा नहीं अब बेइज्जती होगी है, बट फिर भी क्योंकि उसकी मर्जी है तो मैं आई विल रिस्पेक्ट दैट एंड आई विल नॉट ब्रिंग दिस टॉपिक अगेन। ये वाला टॉपिक दोबारा नहीं उठाएंगे। मैं आगे अपने मैंने कहा दोस्ती कंटिन्यू रखते हैं, बट फिर दोस्ती कंटिन्यू रखते रखते समझ में आया कि नहीं यार, मेरे को बहुत याद आती है इसकी। पर उसके बाद फिर जब रिफ्यूज़ कर दिया, हाँ जी, फिर उदास गमे दुनिया, शेव करनी बंद और सैड सॉन्ग्स। सर चले थे 2-4-5 दिन, फिर मैंने कहा नहीं भाई बकअप करो। मैं कहा ऐसे थोड़ी, और मेरे को एक लगता है कि सामने वाले ने अगर मना किया ना तो उसकी इज्जत करो। अब तुम उसके आगे और रोना पिटा करोगे कि भाई तूने मेरे पसंद नहीं किया, तो दोस्ती भी निकल जाएगी। क्योंकि ये फैक्ट है, आप कभी भी वो सैड जो सारा दिन दोस्त सैड होगा ना, उसके बाद नहीं हैंग आउट करना चाहोगे। ਸੋ ਕਿਰਤ ਫਿਰ ਤੁਸੀਂ ਫਿਰ ਅਗਲਾ ਸਟੈਪ ਕਿੱਥੇ ਹੋਇਆ, ਨੈਕਸਟ ਕੀ ਹੋਇਆ? ਸਰ ਜਦੋਂ ਮੈਂ ਇਹਨੂੰ ਮਨਾ ਕਰਤਾ, ਐਂਡ ਸਭ ਤੋਂ ਜ਼ਿਆਦਾ ਜਿਵੇਂ ਇਹਨੇ ਕਿਹਾ ਨਾ ਕਿ 4-5 ਦਿਨ ਉਸ ਤੋਂ ਬਾਅਦ ਐਦਾਂ ਰੋਣਾ ਥੋੜਨਾ ਨਾ, ਹੀ ਮੇਡ ਸ਼ੋਰ ਕਿ ਮੈਨੂੰ ਅਨਕੰਫਰਟੇਬਲ ਨਾ ਫੀਲ ਕਰਾਵੇ, राइट, दैट ही नेवर ब्रॉट इट अप अगेन। बस मजाक मजाक से, अगर तुझे इतना ही है तो मेरे से बेटर कोई ला दे, मैं वेट कर लूँगा, कोई बात नहीं, मैं यही हूँ। सो वी कंटिन्यूड एज अ फ्रेंड एंड हौली हौली मैनू भी मतलब कि एज आई फेल्ट कि नो, आई थिंक आई लाइक हिम मोर देन अ फ्रेंड टू। ਤੇ ਤਰਸ ਆ ਗਿਆ? ਫਿਰ ਤਰਸ ਨਹੀਂ ਆਇਆ ਸਰ, ਜੈਨੂਇਨਲੀ ਲਾਈਕਿੰਗ ਡਿਵੈਲਪ ਹੋ ਗਈ ਸੀਗੀ, ਕਿਉਂਕਿ ਮੈਂ ਇਦਾਂ ਦਾ ਮੁੰਡਾ ਨਹੀਂ ਦੇਖਿਆ ਸੀਗਾ ਕਿ ਮਨਾ ਕਰਨ ਤੋਂ ਬਾਵਜੂਦ ਵੀ ਇੱਕ ਦੋ ਵਾਰ ਵੀ ਇਦਾਂ ਮਜ਼ਾਕ 'ਚ ਕਹਿ ਦੇਣਾ, ਫੇਰ ਵੀ, ਐਂਡ ਦੈਨ ਆਲਸੋ ਹੀ ਨੈਵਰ ਯੂਜ਼ਡ ਟੂ ਮੇਕ ਮੀ ਅਨਕੰਫਰਟੇਬਲ। ਉਹ ਸਭ ਤੋਂ ਜ਼ਿਆਦਾ ਮਤਲਬ ਕਿ ਵੱਡੀ ਚੀਜ਼ ਸੀਗੀ ਮੇਰੇ ਲਈ, ਟੂ ਮੇਕ ਯੂ ਕੰਫਰਟੇਬਲ। ਯਾ, ਐਂਡ ਹੀ ਵਾਜ਼ ਲਾਈਕ ਜੈਨੂਇਨਲੀ ਅ ਟਰੂ ਫਰੈਂਡ ਟੂ ਮੀ। ਐਂਡ ਅਸੀਂ ਬਹੁਤ ਜਿਵੇਂ ਪੜ੍ਹਾਈ ਦੇ ਵਿੱਚ ਵੀ ਜਿਵੇਂ ਇਕੱਠੇ ਪੜ੍ਹਨਾ ਸਾਰਾ ਕੁਛ ਹੈ ਨਾ, ਸੋ ਉਹ ਸੀਰੀਅਸਨੈਸ ਵੀ ਦਿਖਦੀ ਸੀ ਇਹਦੇ ਲਈ, ਐਂਡ ਬਾਕੀ ਟ੍ਰੇਡਸ ਕਿ ਹਾਂ ਫੈਮਿਲੀ ਨੂੰ ਰਿਸਪੈਕਟ, ਇਹ ਸਾਰਾ ਕੁਝ ਜੋ ਅਸੀਂ ਦੇਖਦੇ ਐਜ਼ ਅ ਗਰਲ। ਅੱਛਾ, ਵੀ ਆਰ ਅਪ ਅਗੇਂਸਟ ਕਲੌਕ। ਤੁਸੀਂ ਦੱਸੋ ਫਿਰ ਪਿਆਰ ਕਦੋਂ ਹੋਇਆ ਤੁਹਾਨੂੰ? ਕਦੋਂ ਲੱਗਿਆ कि yes, now this is a litmus test? 3 बार प्रपोज करने के बाद तीसरी बार आई थिंक शी सेड, रात के 1-1:30 बजे हम फ़ोन पे बात कर रहे थे, 7 जनवरी डेट, सेल फोन पे। हाँ सेल फोन पे, ठीक है। शी तो ये मोहाली में थी, मैं चंडीगढ़ पे अपने घर पे थे रात को 1 बजे, एंड मैं गिव अप करके मेरी आंखों में एक आंसू, मैंने कहा आज के बाद ये, क्योंकि ये टॉपिक अब जितना मर्जी आप बोलो कंट्रोल करूँगा, ये टॉपिक बार बार आ रहा था, तो मैंने कहा आज के बाद इसको नहीं बोलना, बस ख़त्म। रो के क्या फिर तुसी? नहीं इसको नहीं शो के अंदर ही अंदर मैं कलस रहा था, ठीक है। बट अचानक से इसने कहा कि मैं तुझे एक बात कहना चाहती हूँ, आई ऑल्सो लाइक यू सम हाउ, दिस वर हर एग्जैक्ट वर्डिंग। 7 जनवरी रात के 1-1:30 बजे से मेरे को ये बात बोली, ठीक है। 2011 की बात थी ये, और उस वक्त jumped with joy, jumped sir like crazy. I was so happy and इससे मुझे एक ही बात बोली, कहती हम किसी को बताएंगे नहीं, बट so you will not believe, अपने बेस्ट फ्रेंड को भी मैंने 2.5 साल बाद जाके बताया। हमने बस सीक्रेट रखा कि जब तक देखो हम एक दूसरे के लिए ठीक है। अब एंड इमेजिन करो, ये सब में हमारी एज 17 ईयर्स थी उस वक्त। हाँ, सो उस वक्त भी ये मेरे को बोल रही कहती मैं एक ही लड़के से, मैं आपको एक फ़नी बात बताता हूँ। सो जब ये सब हुआ ना, इसने मुझे बोला कि मैं उसी लड़के से रिलेशनशिप में जाऊँगी जिससे मैं शादी करूँगी, और मेरा बहुत ना प्रैक्टिकल दिमाग है, मेरा शादी होनी है 28 में, 29 में, अभी हम 16-17 के हैं, शादी का वादा कैसे कर दूँ मैं? और मैं झूठ नहीं बोलता। तो मैंने कहा मेरे को 2 दिन दे, मैं सोच के बताता हूँ। मैं लिटरली, वो बॉल वापस मेरे कोर्ट में भी आई। मैंने 2 दिन लिए और मैंने इसको कहा, मैं कहा डन, मैं शादी करूँगा जो मर्जी हो जाए, मैं कहा मैं खड़ा रहूँगा तो टेंशन ना ले, एंड दैट्स हाउ इट स्टार्टेड। ਫਿਰ ਉਹਨਾਂ 2 ਦਿਨਾਂ 'ਚ ਜਦੋਂ ਇਹਨੇ ਕਿ ਮੈਂ ਸੋਚ ਕੇ ਦੱਸੂਗਾ,
ਤੁਹਾਡੇ ਮਨ 'ਚ ਨਹੀਂ ਆਇਆ ਵੀ ਇਹ ਤਾਂ ਬੰਦਾ ਕੱਚਾ ਲੱਗਦਾ ਮੈਨੂੰ? ਨਹੀਂ, ਮੈਨੂੰ ਕਿਹਾ, ਮੈਂ ਕਿਹਾ ਹੁਣ ਮੈਨੂੰ ਪਤਾ ਚੱਲੂਗਾ ਕਿ ਇਹ ਸੀਰੀਅਸ ਹੈ, ਤਾਂ ਮੇਰੇ ਨਾਲ ਇਦਾਂ ਹੀ ਪੰਗਾ ਨਹੀਂ ਲੈਣਾ। ਅੱਛਾ ਸੋ ਹੀ ਸ਼ੁੱਡ ਟੇਕ ਟਾਈਮ ਐਂਡ ਮਤਲਬ ਕਿ ਇਦਾਂ ਫੂਲ ਅਰਾਊਂਡ ਨਹੀਂ ਕਰਨਾ। ਸੋ ਅੱਛਾ, ਫਿਰ ਇਹਦੇ ਵਿੱਚ ਟਵਿਸਟ ਕਦੋਂ ਆਈ ਜਦੋਂ ਤੁਸੀਂ ਘਰੇ ਦੱਸਿਆ? नहीं सर, पकड़ी गई थी। ਤੇਰੇ ਤਾਂ ਸਰ ਬਹੁਤ ਦੇਰ ਬਾਅਦ ਪਕੜੀ ਗਈ ਸੀ, ਤੇ ਉਹ ਵੀ ਕਿਵੇਂ, ਟੈਲੀਫੋਨ ਤੋਂ ਜਾਂ ਚਿੱਠੀ ਤੋਂ? ਟੈਲੀਫੋਨ। ਕਿਵੇਂ? ਸਰ ਬਸ ਉਹ ਵੀ ਬਹੁਤ ਜ਼ਿਆਦਾ ਟੈਲੀਫੋਨ, ਐਕਚੁਅਲੀ ਮੇਰਾ ਫੋਨ ਖਰਾਬ ਹੋ ਗਿਆ ਸੀਗਾ ਤੇ ਮੈਂ ਆਪਣੇ ਭਰਾ ਦਾ ਫੋਨ ਯੂਜ਼ ਕਰ ਰਹੀ ਸੀਗੀ। 2 ਦਿਨ ਲਈ ਉਹਦਾ ਐਕਸਚੇਂਜ ਹੋਇਆ ਸੀਗਾ ਫੋਨ। ਉਹਦੇ ਫੋਨ ਸੀ ਸਰ ਰਿਕਾਰਡਰ। इसको पता नहीं थी, वो ऐप नहीं आती ਜਿਹਦੇ ਵਿੱਚ ਪੂਰੀ ਕਾਲਸ ਰਿਕਾਰਡ ਹੋ ਜਾਂਦੀਆਂ ਨੇ। ਤੇ ਉਸ ਤੋਂ ਬਾਅਦ ਮੈਂ 2 ਦਿਨ ਬਾਅਦ ਉਹਨੂੰ ਉਹਦਾ ਫੋਨ ਦੇਤਾ। ਤੁਹਾਨੂੰ ਪਤਾ ਨਹੀਂ ਸੀ? ਉਹਨੂੰ ਪਤਾ ਨਹੀਂ ਸੀ। ਉਸ ਤੋਂ ਬਾਅਦ ਮਹੀਨੇ ਬਾਅਦ ਬਸ ਮੈਨੂੰ ਘਰੇ ਆਇਆ ਕਿ ਕਿੱਥੇ ਹੈ, ਘਰ ਆ ਜਾ। ਮੈਂ ਕਿਹਾ ਮੈਂ ਤਾਂ ਕੁਝ ਕੀਤਾ ਹੀ ਨਹੀਂ, ਮੈਂ ਤਾਂ ਕਿਤੇ ਜਾਂਦੀ ਨਹੀਂ, ਆਪਣਾ ਕਾਲਜ ਜਾਂਦੀ ਹਾਂ, ਟਿਊਸ਼ਨ ਜਾਂਦੀ ਹਾਂ, ਮੈਨੂੰ ਕੋਈ ਕੁਝ ਨਹੀਂ, ਮੈਂ ਐਮ ਆਲ ਸੌਰਟਡ। ਉਸ ਤੋਂ ਬਾਅਦ ਸਰ ਬਸ ਸਪੀਕਰ ਦੇ ਉੱਤੇ ਰਿਕਾर्डिंग स्टार्ट हो गई ਸੀ। ओह माय गॉड, दिस फिल्मा वांगू पूरी फिल्म। सर आप इमेजिन करो, इसके घर पे कोई आइडिया नहीं, और बड़े बड़े वो जैसे पुराने घरों में स्पीकर नहीं होते, उस पे इसके भाई ने ऑक्स लगाई और उस पे ये इसकी मम्मा पूछते कहाँ थी तू, ये कह रही मैं कॉलेज थी। ठीक है, इसकी मम्मा कहते पक्का दोबारा पूछ रही हूँ कहाँ थी तू, कहती मम्मा मैं कॉलेज थी। कहते ये सुन, फिर वहां से बातें आ रही, बाबू सोना टोना ये वो, और उसके वक्त आई थिंक ये भागी वॉशरूम में, इसने अपने आप को बाथरूम में बंद कर लिया। सर मैं बहुत सारे घंटे, या फिर एक थप्पड़ पड़ चुका था शायद। नहीं वो बाद में पड़ा था, बट वॉशरूम में आई थिंक ऑलमोस्ट 7-8 घंटे ਬੰਦ ਰਹੀ। रो के बंद हो गई ਕਿਉਂਕਿ ਮੈਂ ਆਪਣੀ ਮੰਮਾ ਨੂੰ ਪਿਆਰ ਵੀ ਬਹੁਤ ਕਰਦੀ ਆ, ਬਟ ਮੈਨੂੰ ਡਰ ਵੀ ਬਹੁਤ ਲੱਗਦਾ ਸੀਗਾ। ਸੋ ਮੈਂ ਕਿਹਾ ਅੱਜ ਤਾਂ ਮੇਰੀ ਪਿਟਾਈ ਹੈ ਪੂਰੀ। ਸੋ ਫਿਰ ਉਹਨਾਂ ਨੇ ਬਣਾ ਲਿਆ? ਨਹੀਂ ਸਭ ਕੁਝ ਫੋਨ ਲੈ ਲਿਆ, ਸਾਰਾ ਕੁਝ। ਉਸ ਤੋਂ ਬਾਅਦ ਕਹਿੰਦੇ ਹੁਣ ਤੂੰ ਬਸ ਪੜ੍ਹਾਈ ਵੱਲ ਧਿਆਨ ਦੇਣਾ ਹੈ, ਇਹ ਉਹ ਬਹੁਤ ਸੁਣਾਇਆ ਜੋ ਕਹਿੰਦੇ ਨੇ, ਹਨਾ। ਐਂਡ ਮੇਕ ਸ਼ੋਰ ਕੀਤਾ ਕਿ ਮੈਂ ਦੁਬਾਰਾ ਤੋਂ ਗੱਲ ਨਾ ਕਰਿਆ ਇਹਦੇ ਨਾਲ। ਮੈਂ ਕਿਹਾ ਹਾਂਜੀ ਮੈਂ ਨਹੀਂ ਗੱਲ ਕਰੂੰਗੀ, ਔਰ ਮੈਂ ਖੁਦ ਵੀ ਸੋਚਿਆ ਮੈਂ ਕਿਹਾ ਕਦੇ ਗੱਲ ਨਹੀਂ ਕਰਨੀ, ਹੁਣ ਬਹੁਤ ਹੋ ਗਿਆ। ਅੱਛਾ ਬਟ ਫਿਰ ਦੁਬਾਰਾ ਤੋਂ ਉਸ ਤੋਂ ਬਾਅਦ ਏਦਾਂ ਹੋਇਆ ਕਿ ਵੀ ਵਰ ਵੈਰੀ ਗੁੱਡ ਫਰੈਂਡਸ, ਬਸ ਅਸੀਂ ਬੈਸਟ ਫਰੈਂਡ ਸੀਗੇ ਇੱਕ ਦੂਜੇ ਨਾਲ। ਤੁਹਾਡੇ ਮਮ ਨੇ ਵੀ ਕਿਹਾ ਵੀ ਜੇ ਸਿੱਖਾਂ ਦਾ ਮੁੰਡਾ ਹੁੰਦਾ ਮੈਂ ਮੰਨ ਵੀ ਜਾਂਦੀ ਵੀ ਤੇ ਨਹੀਂ, ਹਿੰਦੂ ਉਹ ਮੁੰਡਾ? ਕਹਿੰਦੇ ਨਹੀਂ ਤੇਰੀ ਏਜ ਹੀ ਨਹੀਂ ਹੈ, ਚਾਹੇ ਸਿੱਖ ਦਾ ਮੁੰਡਾ ਹੁੰਦਾ ਕੋਈ ਇਸ਼ੂ ਨਹੀਂ ਸੀ? ਨਹੀਂ, ਉਹ ਕਹਿੰਦੇ ਕਿ ਨਹੀਂ ਹੋਣਾ ਚਾਹੀਦਾ ਬॉयफ्रेंड। ਤੇਰਾ ਵਿਆਹ ਅਸੀਂ ਆਪੇ ਕਰਾਂਗੇ। ਹਾਂਜੀ ਆਪੇ अभी ਕਰਾਂਗੇ। एज भी कम थी ना सर, अभी 21 साल के थे, 20-21 साल के थे, 20 साल के थे। ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਇਹ ਫੜਿਆ ਗਿਆ? तो जैसे ये बाथरूम में भागी, इसने मुझे फ़ोन किया कि मैं घर पे फंस गई हूँ और कॉल मत करियो अब दोबारा, और इसने फिर फ़ोन काट दिया। और सर उस वक्त अब मेरे लिए तो ये ज़िंदगी, मेरे लिए तो मेरा पूरा जहान ही है, मैं टेंशन में आ रहा हूँ। और थैंकफुली मेरे पेरेंट्स को स्टार्टिंग से बताया हुआ था मैंने। अच्छा हाँ, मेरे पेरेंट्स को डे 1 से मैं अपनी, सो मेरी बेस्ट फ्रेंड मेरी मदर है। ठीक है, सो मैं सच्ची बोलता हूँ, आई एम वेरी ब्लेस्ड कि मेरी लाइफ में जो मैं 3 देवियाँ कहता हूँ, एक मेरी माँ, एक मेरी बहन, एक मेरी बीवी, ये जब तक ये तीनों मेरे साथ है मैं एम वेरी लकी। सो मैं इन सबको सब कुछ बताता हूँ। तो मैंने बताया मम्मा कीरत घर पे फंस गई है, मेरे को कीरत के घर जाना पड़ेगा। मम्मा को अपनी टेंशन कि नहीं पागल है तू, ज़्यादा मत सीन खराब कर दियो, हाँ सीन बढ़ जाएगा ऐसे करके। बस सर मैं आपको बता नहीं सकता वो एक पूरा दिन कैसे निकला, मतलब हार्ट अटैक ही नहीं आया मुझे, इतना ज़्यादा पैनिक सिचुएशन में था कि ना घर जा सकता हूँ, और मैं शांत बैठने वालों में से हूँ नहीं। ठीक है, क्योंकि मेरे को लगता है कि लाइफ में कोई भी पंगा है सॉल्व इट। ਕੀ ਐਕਸ਼ਨ ਹੋਇਆ? बस गया नहीं मैं रात को, अब मतलब अभी 12 घंटे तक ही, रात को इसका मुझे टेक्स्ट आया जब सारे सो गए थे इसके घर में से, फिर फ़ोन ऑन किया तो इसका मुझे टेक्स्ट आया कि सब ठीक है। तो मैं से ये बोला, मैं कहा तेरे को मारा क्या किसी ने, ठीक है तो ठीक है कि नहीं? तो इससे कहा कि मैं बात नहीं कर सकती, मैं 2 या 3 दिन बाद ट्यूशन में मिलूंगी तेरे को। और हम ट्यूशन जाते थे पहले 4 बजे दोपहर को, इसकी मम्मा ने वो मना कर दिया कि वो लड़का आता होएगा, तो इसकी ट्यूशन होगी सुबह के 5 बजे वाले स्लॉट में। तो अब हम सुबह 5 बजे गए, और हमें पता था, मेरे को था कि इसका भाई भी आएगा। मैंने सर 3 दिन तक चिट्ठी लिखी, जैसी ये गाड़ी में बैठने लगी मैं आया, ठीक है, गाड़ी पे मैंने इसकी चिट्ठी फेंकी, इसने पढ़ी, उसके चिट्ठी को दोबारा फेंक दी, मैं दोबारा वो चिट्ठी उठाई और घर ले गया। पहले जा नहीं ना सकती थी घर पे चिट्ठी, मैं तू ही रख ले इसको। 2 महीने तो हमने डर के मारे चिट्ठियों में कम्युनिकेट किया है, मैं लिखी, और मेरे आंसू पड़े मैं उस चिट्ठी में कि रोते रोते मेरे कहा है कीरत तू ठीक है कैसी है। बट उस वक्त तो अब हंसी मजाक में हम बता रहे हैं, बट उस वक्त तो काफ़ी सीरियस, और 18 years old, 17 20 दैट टाइम जब पकड़ी गई थी, तो 17 में इट स्टार्टेड, 20 में शी गॉट कॉट। ਸੋ ਫਿਰ ਨੈਕਸਟ ਕੀ ਹੋਇਆ? ਸਰ ਬਸ ਨੈਕਸਟ ਉਸ ਤੋਂ ਬਾਅਦ ਇਦਾਂ ਹੀ ਸੀਗਾ ਕਿ
ਜੇ ਮੈਂ ਫਿਆਂਸ਼ੂ ਨਾਲ ਵਿਆਹ ਕਰਾਣਾ ਆਈ ਹੈਵ ਟੂ ਬਿਕਮ ਇੰਡੀਪੈਂਡੈਂਟ, ਆਈ ਨੀਡ ਟੂ ਫੋਕਸ ਔਨ ਮਾਈ ਕਰੀਅਰ। ਮੈਂ ਡਿਸਾਈਡ ਕੀਤਾ ਆਮ ਗੋਨਾ ਕਮ ਮਤਲਬ ਕਿ ਟੂ ਕੈਨੇਡਾ, ਤੇ ਮੈਂ ਆਪਣਾ ਪੜ੍ਹਾਈ ਵੱਲ ਫੋਕਸ ਕਰਨਾ। ਤੇ ਮੈਂ ਇਹਨੂੰ ਵੀ ਕਹਿ ਦਿੰਦੀ ਸੀ, ਮੈਂ ਕਿਹਾ ਫਿਆਂਸ਼ੂ ਹੁਣ ਮੈਂ ਕੈਨੇਡਾ ਜਾ ਰਹੀ ਹਾਂ, ਤੂੰ ਦੇਖ ਲਾ ਆਪਾਂ ਮੈਨੇਜ ਕਰ ਲਾਂਗੇ ਨਾ। ਤੇ ਇਹ ਬੜਾ ਮਜ਼ਾਕ ਜਿਹਾ ਲੈਂਦਾ ਸੀ, ਕਹਿੰਦਾ ਇਦਾਂ ਹੀ ਥੋੜਾ ਨਾ ਵੀਜ਼ਾ ਲੱਗ ਜਾਂਦੇ ਸਾਰੇ। ਯਾ ਤੂੰ ਕਿੱਥੇ ਜਾਣਾ? सच में सर कही जाती है कि यही मैं यही कनाडा हुआ। चली जाना है। ये मेरे को बोल रही कहती मैं कनाडा चल जाऊंगी। मैं कहा सबके वीजा नहीं लगते, सब बहुत प्लान। मैं कहा जिस दिन वीजा आएगा ना उस दिन बात करेंगे। फिर एक दिन वीजा आया, जब वीजा आया सर उदों तो फिर ਤੁਹਾਨੂੰ ਟਿਕਟ ਬੁੱਕ ਕਰਾ ਕੇ ਆਣਾ ਪੈਂਦਾ ਹੁੰਦਾ ਹੈ। ਵੀਜ਼ਾ ਆ ਗਿਆ, ਮੈਂ ਕਿਹਾ ਹੁਣ ਮੈਂ ਜਾ ਰਹੀ ਹਾਂ 40 ਦਿਨ ਚ ਸਟੂਡੈਂਟ ਦੇ ਤੌਰ ਤੇ? ਸਟੂਡੈਂਟ, ਹਾਂਜੀ ਮੈਂ ਸਟੂਡੈਂਟ ਵੀਜ਼ਾ ਤੇ ਇੱਥੇ ਆਈ ਸੀਗੀ 2014 ਦੇ ਵਿੱਚ। ਤੇ ਉਦੋਂ ਇਹਨੂੰ ਏਦਾਂ ਸ਼ੌਕ ਲੱਗਾ ਕਿ ਅਬ ਤੂੰ ਸੱਚ में जा रही है। उस वक्त ना ये मेरे पास आई, इसने मेरे से पूछा कि अब तू बता मैं जाऊँ। और मैं दोबारा से बता रहा हूँ मैं बहुत प्रैक्टिकल हूँ लाइफ में। मेरे दिमाग में सबसे पहली बात यही, अगर मैंने इसको आज रोका और काइंड ऑफ वो होता है ना कि आप अपने बचपन से आप अपनी लाइफ की जर्नी से बहुत कुछ सीखते हो। जी जी। तो मैंने बहुत ब्रेकअप्स, बहुत सेपरेशंस देखी हैं। तो मेरे दिमाग में यह है कि अगर भगवान ना करे कभी ऐसा हो कि हमारे बीच में सेपरेशन हुई हो, फिर मैं ये नहीं चाहता ये इंसान ज़िंदगी भर ये सोचे कि मैं इसके चक्कर में कनाडा नहीं गई, मैं पता नहीं क्या कर सकती थी। सो आपने कह दिया जाओ? मैंने कहा आप जाओ, अगर चलना होगा हम वैसे भी चला लेंगे, ठीक है, देखी जाएगी। और सच बात तो ये है, मुझे उस वक्त था कि शायद ना चलेगा, नहीं चलेगा। मन च नहीं आया भी उत्थे जे कोई होर मुंडा मिल गया फिर? नहीं 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 नहीं, ऐसे ट्रस्ट फैक्टर तो कभी भी आए 1% भी नहीं। अच्छा, 1% भी नहीं। बस ये था कि ये दूर जाएगी। बट थोड़ा सा ही होता है कि जैसे आप चंडीगढ़ में हो तो आप सोचते हो ना कनाडा जाके पता नहीं क्या लाइफ हो जाएगी। वो तो यहाँ के पता लगता है ना कि यहाँ पे भी लाइफ नॉर्मल ही है, ठीक है। आप कनाडा तो आगे सोचते हो कि भाई नेक्स्ट लेवल लॉटरी निकली हुई है। ਜਦੋਂ ਕੈਨੇਡਾ ਜਾਣ ਲਈ ਕੀਰਤ ਤਿਆਰ ਹੋ ਗਈ, ਤੁਸੀਂ ਕਹਿ ਦਿੱਤਾ ਕਿ ਤੁਸੀਂ ਜਾਓ, ਕੀਰਤ ਤੁਸੀਂ ਕਦੋਂ ਪਹੁੰਚੇ ਫਿਰ ਇੱਥੇ? ਫਿਰ ਮੈਂ ਦਸੰਬਰ 2014 ਦੇ ਵਿੱਚ ਪਹੁੰਚੀ ਸੀ ਇੱਥੇ। ਤੇ ਬਸ ਬਹੁਤ ਹੀ ਇੱਦਾਂ ਚਾਅ ਸੀਗਾ ਕਿ ਹੁਣ ਤਾਂ ਮੈਂ ਬਸ ਪੂਰੀ ਆਪਣਾ ਇੰਡੀਪੈਂਡੈਂਟ ਆਪਣਾ ਪੜ੍ਹਾਈ ਕਰਨੀ ਹੈ, ਆਪਣਾ ਪੂਰਾ ਸੈੱਟ ਹੋ ਕੇ ਜਾਣਾ। ਤੇ ਫਿਰ ਮੰਮਾ ਨੂੰ ਕਹਿਣਾ ਕਿ ਹਾਂਜੀ ਮੰਮਾ ਹੁਣ ਮੈਂ ਦੇਖੋ ਸਾਰਾ ਕੁਝ ਸੈੱਟ ਕਰ ਲਿਆ, ਹੁਣ ਮੈਨੂੰ ਆਪਣੀ ਪਸੰਦ ਦੇ ਮੁੰਡੇ ਨਾਲ ਵਿਆਹ ਕਰਾਉਣ ਦਿਓ। ਇਹੀ ਵੱਡੀ ਫਰਮਾਇਸ਼ ਸੀ। ਤੇ ਬਟ ਉਹ ਹੀ ਹੈ, ਉਹ ਜਰਨੀ ਇੰਨੀ ਈਜ਼ੀ ਨਹੀਂ ਸੀਗੀ, ਟਾਈਮ ਲੱਗਿਆ ਉਸਨੂੰ। ਤੇ ਪਲੱਸ ਲੌਂਗ ਡਿਸਟੈਂਸ ਇਜ਼ ਆਲਸੋ ਨਾਟ ਈਜ਼ੀ। ਤੁਹਾਨੂੰ ਕਿਵੇਂ ਲੱਗਿਆ ਇਹ ਵਿਛੋੜਾ, मतलब ਜਿਹੜਾ ਇਹ ਸੈਪਰੇਸ਼ਨ ਸੀ, ਕਿਵੇਂ ਲੱਗੀ ਹੈ? तो मेरे दिमाग में यही था कि शायद चलेगा शायद नहीं चलेगा, बट लेट सी कि यूनिवर्स क्या प्लान कर रही है। बट जब इसकी कनेक्टिंग फ्लाइट थी चाइना तक, सो वो लाइफ में पहले 9 घंटे 8 या 9 घंटे हुए थे जब मेरी कीरत से बात नहीं हुई थी। जब तक ये दिल्ली एयरपोर्ट पे थी मुझे था देखेंगे जा रही है, अब पता नहीं कीरत चेंज ना हो जाए, बदल ना जाए। लोग कहते हैं ना बाहर जाके लोग बदल जाते हैं, तो वो मेरे दिमाग में था कि और फिर नहीं चला तो पता नहीं, मैं ज़्यादा सोच नहीं रहा था उस बारे में। बट जब पहले 9 घंटे इंडिया से चाइना ये पहुंची और इसका फ़ोन नहीं चला, सर मेरा रो बुरा हाल हो गया। मैं कहा कुछ भी हो जाए मैं चलाऊंगा ये रिलेशनशिप, क्योंकि मुझे तब समझ में आया कि मैं कीरत के बिना रह ही नहीं सकता। वो 9 घंटे भी तोते उड़ गए थे मेरे फिर कि मैं कहीं तो चलेगी। मैं रो मम्मा की, मैंने कहा मम्मा सच में चलेगी? मुझे तो लग रहा था कि कुछ होगा, शायद नहीं जाएगी या फिर मैं मैनेज कर लूँगा। बट रियलिटी जब आपको हिट करती है, आप लाइफ में सोचते हो हम ऐसे हैं वैसे हैं, बहुत स्ट्रॉन्ग है, बट रियलिटी हिट करती है तो मेरे तोते उड़ गए। मैंने कीरत को मैसेज कर दिया कि तू टेंशन ना ले, मैं चलाऊंगा जैसा मर्जी हो जाए। और मुझे आज भी याद है मेरा व्हाट्सएप का जो स्टेटस है वो पिछले 11 साल से सेम ही है। जो तब के ज़माने में स्टेटस लिखते हैं ना प्यार मोहब्बत वाले टाइम, तो वो है 2 कंट्रीज़, आई लव यू, आई एम देयर, आई विल ऑलवेज बी देयर। वो 11 साल से चेंज ही नहीं हुआ। अच्छा, वो आज भी वही है। तो आई थिंक हम ऐसे ही बस रहे। ਫਿਰ ਤੁਸੀਂ ਕਦੋਂ ਫਿਰ ਵਾਪਸ ਗਏ? ਉਦੋਂ ਇੱਥੇ ਫਿਰ ਟੈਲੀਫੋਨ ਤੇ ਗੱਲਬਾਤ ਹੁੰਦੀ ਰਹੀ? ਬਸ ਸਰ ਟੈਲੀਫੋਨ ਤੇ ਗੱਲ ਬਿਕੋਜ਼ ਸਾਡਾ ਰਿਲੇਸ਼ਨਸ਼ਿਪ ਆਈ ਥਿੰਕ ਚੱਲਿਆ ਵੀ ਲੌਂਗ ਡਿਸਟੈਂਸ ਇਸੇ ਕਰਕੇ, ਬਿਕੋਜ਼ ਵੀ ਵਰ ਵੈਰੀ ਲਾਈਕ ਬੈਸਟ ਫਰੈਂਡਸ। ਇੱਕ ਦੂਜੇ ਨਾਲ ਡਿਸਕਸ ਕਰਨਾ ਅੱਜ ਦਾ ਦਿਨ ਕਿਵੇਂ ਗਿਆ, ਇਹਨੇ ਆਪਣਾ ਦੱਸਣਾ। ਹੀ ਗੋਟ ਵੈਰੀ ਫੋਕਸਡ ਇਨ ਹਿਜ਼ ਕਰੀਅਰ, ਸੋ ਇਹਨੇ ਆਪਣੀ ਜੌਬ ਜੁਆਇਨ ਕਰ ਲਈ ਗ੍ਰੈਜੂਏਸ਼ਨ ਤੋਂ ਰਾਈਟ ਅਵੇ। ਇਹਨੇ ਉਸ ਤੋਂ ਬਾਅਦ ਮਾਰਕੀਟਿੰਗ 'ਚ, ਹਾਂਜੀ ਮਾਰਕੀਟਿੰਗ ਦੇ ਵਿੱਚ ਹੀ ਜੁਆਇਨ ਕੀਤੀ ਸੀ। ਤੇ ਰਿਜ਼ਲਟ ਆਇਆ ਨਹੀਂ ਸੀ ਤੇ ਇਹਨੇ ਜੌਬ ਜੁਆਇਨ ਕਰ ਲਈ ਸੀਗੀ। ਅੱਛਾ, ਤੇ ਮੈਂ ਇੱਧਰ ਆ ਗਈ ਸੀਗੀ। ਆਈ ਗੋਟ ਪੂਰਾ ਫੋਕਸ ਕਿ ਹਾਂ ਪੜ੍ਹਨਾ ਹੈ ਔਰ ਸੈੱਟ ਕਰਨਾ ਇੱਥੇ ਆਪਣੇ ਆਪ ਨੂੰ। ਐਂਡ ਅਸੀਂ ਇੱਕ ਦੂਜੇ ਨੂੰ ਆਪਣੀ ਸਟਰਗਲਸ ਸ਼ੇਅਰ ਕਰਨੀਆਂ, ਉਹਨੇ ਆਪਣੀ ਜੌਬ ਦੀ ਕਰਨੀ, ਮੈਂ ਆਪਣੀ ਪੜ੍ਹਾਈ ਦੀ ਇੱਥੇ ਕਿਵੇਂ ਕੈਨੇਡਾ ਦੇ ਵਿੱਚ ਹੈ ਨਾ, ਉਹਦੇ ਵਿੱਚ ਹੀ ਸਰ ਟਾਈਮ ਨਿਕਲ ਗਿਆ, ਪਤਾ ਹੀ ਨਹੀਂ ਚੱਲਿਆ ਸੱਚੀ। ਤੇ ਕਿਉਂਕਿ ਮੈਨੂੰ ਇੱਦਾਂ ਲੱਗਿਆ ਕਿ ਆਪਾਂ ਆਪਣੇ ਮਦਰ ਫਾਦਰ ਨਾਲ ਵੀ ਆਪਾਂ ਲੌਂਗ ਡਿਸਟੈਂਸ ਕਰਦੇ ਹੀ ਆ ਨਾ, ਉਹਨਾਂ ਨੂੰ ਵੀ ਇਨਫੋਰਮ ਕਰਦੇ ਆ ਕਿ ਕਿੱਦਾਂ ਇੱਥੇ ਦੀ ਲਾਈਫ ਹੈ। ਪੁੱਛਿਆ ਨਹੀਂ ਵੀ ਕਿੱਥੇ ਗਿਆ ਫਿਆਂਸ਼ੂ? ਮੇਰੇ ਮੰਮਾ ਨੇ ਨਹੀਂ, ਐਕਚੁਅਲੀ ਉਹਨਾਂ ਨੂੰ ਇੱਦਾਂ ਹੀ ਸੀਗਾ ਕਿ ਹੁਣ ਇਹ ਗੱਲ ਨਹੀਂ ਕਰਦੀ। ਅੱਛਾ ਅੱਛਾ। ਉਹਨਾਂ ਨੂੰ ਮੈਂ ਅੰਟਿਲ
ਅੰਟਿਲ 2018 ਤੱਕ ਮੈਂ ਉਹਨਾਂ ਨੂੰ ਨਹੀਂ ਦੱਸਿਆ ਸੀਗਾ ਕਿ ਆਮ ਸਟਿਲ ਇਨ ਟੱਚ ਵਿਦ ਹਿਮ। ਫਿਰ 18 ਚ ਤੁਸੀਂ ਵਾਪਸ ਗਏ? 18 ਦੇ ਵਿੱਚ ਮੈਂ ਐਕਚੁਅਲੀ 2014 ਦੇ ਵਿੱਚ ਆਈ ਐਂਡ ਦੈਨ ਮੈਂ 2016 ਦੇ ਵਿੱਚ ਵਾਪਸ ਗਈ ਸੀਗੀ ਤੇ ਵਿੱਚ ਇੱਕ ਦਿਨ ਲਈ ਵੈਨ ਫਿਆਂਚੋ ਟਰਨ 25th ਮੈਂ ਇਹਨੂੰ ਸਰਪ੍ਰਾਈਜ਼ ਦੇਣ ਲਈ ਵੀ ਗਈ ਸੀ, ਸਿਰਫ ਇੱਕ ਦਿਨ ਲਈ। आप ये बात बिलीव नहीं करोगे, इसने लेस देन 24 घंटे बिताने के लिए इसने टोटल 50 आवर्स ट्रैवल किया है। एक दिन के लिए इंडिया आई है कनाडा से। अच्छा, मिली आपको? हाँ हाँ, एक दिन के लिए। कहाँ? दिल्ली? दिल्ली। आप दिल्ली पहुंच गए? मेरे दिमाग में ये आया कि कीरत एक दिन के लिए कोई सेंस नहीं बनती, तू क्या कर रही है? ठीक है, क्यों मुझे बहुत लास्ट में पता लगा था जब ये पहुंचने वाली थी, तो मेरे को तो दिमाग मेरे को टेंशन कि ये कैसे कनाडा से इंडिया आना बहुत बड़ी बात है। कीरत के पेरेंट्स को पता नहीं था? किसी को आइडिया नहीं सर, ओह अच्छा, किसी को आइडिया नहीं। एक दिन के लिए सोची बोलने वाली बात है। ਵੀ ਸਾਰੇ ਮੈਨੂੰ ਮੇਰੇ ਗੋਰੇ ਫਰੈਂਡਸ ਹੈ ਨਾ, ਜਿਵੇਂ ਮੈਂ ਗੋਰੀ ਕੰਪਨੀ 'ਚ ਕੰਮ ਕਰ ਰਹੀ ਸੀ। ਸੀਜੀਏ ਕਰ? ਮੈਂ ਸੀ ਅਕਾਊਂਟੈਂਟ ਸੀ ਉਸ ਟਾਈਮ ਤੇ ਬੁੱਕ ਕੀਪਰ ਸੀਗੀ ਹੈ ਨਾ, ਤੇ ਮੈਂ ਆਪਣੇ ਸਟਾਫ ਨੂੰ ਦੱਸ ਦਿੰਦੀ ਸੀ, ਉਹ ਵੀ ਸਾਰੇ ਹੈਰਾਨ ਕਹਿੰਦੇ ਕੀਰਤ ਯੂ ਆਰ ਗੋਇੰਗ ਫॉर 1 ਡੇ ਓਨਲੀ। ਮੈਂ ਕਿਹਾ ਤੁਸੀਂ ਛੁੱਟੀ ਨਹੀਂ ਦਿੰਦੇ ਬਟ ਮੈਂ ਜਾਣਾ ਵੀ ਚਾਹੁੰਦੀ ਹਾਂ, ਸੋ ਆਈ ਹੈਵ ਟੂ ਮੇਕ ਇਟ ਹੈ ਨਾ, ਤੇ ਉਹ ਵੀ ਪੂਰੇ ਹੈਰਾਨ ਕਿ ਓ ਮਾਈ गॉड यू आर क्रेजी। एक्चुअली उससे पहले भी मैंने कोशिश की थी कनाडा का वीज़ा लगाने की कीरत से मिलने के लिए, ठीक है, क्योंकि मेरे को था मैं परमानेंटली तो नहीं आना चाहता, मैं आऊँगा टूरिस्ट वीज़ा के लिए। मेरा पहली बार रिजेक्ट हुआ, ठीक है। फिर मैंने दोबारा कोशिश करी एक बारी 2017 में भी लगाने की, तब जब रिजेक्ट हुआ तो और कीरत जा रही थी अपने दोस्तों के साथ सिंगापुर कनाडा से, यूनिवर्सिटी का कोई ट्रिप था इनका, तो ये लोग सिंगापुर गए। सिंगापुर पहुंचे? सर मैं सिंगापुर पहुंच गया फट, इसको भी नहीं बताया मैंने कहा मैं कनाडा पहुंच नहीं पा रहा, इतना टाइम हो गया मिले नहीं, मैं सिंगापुर पहुंच गया, ठीक है। वहाँ पे मैं 2-4 दिन इससे मिला, इसके जो दोस्तों, जब भी इसको शाम को टाइम मैं कहा मैं किसी को तंग नहीं करूँगा, तुम अपने दोस्त चल रहे हो, ठीक है, जहाँ खाना पीना खाना होगा मैं वहाँ पहुँच जाऊँगा तेरे साथ, आधा घंटा हम भी बैठ जाएंगे, बस ऐसे करके सारी चीज़ें हुई थी। और फिर ब्याह कदों होया? ਵਿਆਹ ਫਿਰ ਸਰ ਫਾਈਨਲੀ 2018 'ਚ ਮੰਮਾ ਨੂੰ ਦੱਸਿਆ ਕਿ ਮੰਮਾ ਤੁਹਾਨੂੰ ਯਾਦ ਹੈ ਨਾ ਉਹ ਮੁੰਡਾ, वो अभी भी है। ਮੰਮਾ ਇੱਕ ਵਾਰ ਤੁਸੀਂ ਉਹਨੂੰ ਮਿਲ ਲਓ। ਜੇ ਤੁਹਾਨੂੰ ਨਹੀਂ ਠੀਕ ਲੱਗਿਆ ਤਾਂ ਮੈਂ ਨਹੀਂ ਕਰਾਉਂਗੀ, ਜੇ ਤੁਹਾਨੂੰ ਠੀਕ ਲੱਗਿਆ ਤਾਂ ਫਿਰ ਮੈਂ ਉਹਦੇ ਨਾਲ ਹੀ ਵਿਆਹ ਕਰਾਉਣਾ ਚਾਹੁੰਦੀ ਹਾਂ। फिर ਸੋ ਮੈਂ ਇੱਥੇ ਸੀਗੀ ਤਾਂ ਫਿਆਂਚੂ ਮਿਲਣ ਗਿਆ ਮੇਰੀ ਮੰਮਾ ਨੂੰ। तो मैं पूरा तैयार श्यार होके कीरत के भाई, क्योंकि कीरत का भाई ना बाय द वे काफ़ी हट्टा कट्टा है, ठीक है, मैंने कहा कि अगर कोई सीन हो जाए तो गिफ्ट्स ले जाता हूँ सबके लिए, तो मैं कीरत के भाई के लिए ढेर सारे थोड़े बहुत गिफ्ट ले गया। फिर कीरत की मम्मा से अच्छे से मिला, एंड तब मुझे लगता है कि जो असली फीडबैक है वो कीरत को पता होगा, जो उसको बताया होगा। की कहते फिर? ਨਹੀਂ ਮੰਮਾ ਨੂੰ ਬਹੁਤ ਇਹਨੇ ਪ੍ਰੋਪਰ ਆਪਣਾ ਮਤਲਬ ਕਿ ਸ਼ਰਟ ਪੂਰੀ ਟੱਕ ਇਨ ਕਰਕੇ ਐਦਾਂ ਆਇਆ ਸੀਗਾ ਹੈ ਨਾ, ਪਲੱਸ ਉਦੋਂ ਐਕਸਪੀਰੀਅੰਸ ਵੀ ਹੋ ਗਿਆ, ਜੌਬ ਐਕਸਪੀਰੀਅੰਸ ਵੀ ਹੋ ਗਿਆ ਸੀ, ਆਪਣੇ ਵੀ ਐਕਸਪੀਰੀਅੰਸ ਸ਼ੇਅਰ ਕਰ ਰਿਹਾ ਸੀ, ਤੇ ਮੰਮਾ ਨੂੰ ਗੱਲਬਾਤ ਦੇ ਵਿੱਚ ਵਧੀਆ ਲੱਗਿਆ ਮੁੰਡਾ। ਮੰਮਾ ਕਹਿੰਦੇ ਸਾਰਾ ਕੁਝ ਵੈਸੇ ਤਾਂ ਠੀਕ ਹੈ, ਤੂੰ ਸ਼ੋਰ ਹੈ ਨਾ, ਤੇ ਬਟ ਫਿਰ ਮੰਮਾ ਵੀ ਕਰਦੇ ਕਰਦੇ ਸਰ ਮਨਾਉਣਾ ਪਿਆ। ਪਹਿਲਾਂ ਤਾਂ ਮੰਨ ਗਏ, ਉਸ ਤੋਂ ਬਾਅਦ ਰਿਸ਼ਤੇਦਾਰ ਆਉਂਦੇ ਨੇ ਹੈ ਨਾ, ਕੋਈ ਨਾ ਕੋਈ ਕੁਝ ਕਹਿ ਜਾਂਦਾ ਹੈ, ਫਿਰ ਅਗਲੇ ਦਿਨ ਮੰਮਾ ਨੂੰ ਸਵੇਰੇ ਉੱਠ ਕੇ ਫੋਨ ਕਰੋ ਕਿ ਸਭ ਠੀਕ ਹੈ ਨਾ, ਮੰਮਾ ਕਹਿੰਦੇ ਨੇ ਮੈਨੂੰ ਲੱਗਦਾ ਨਹੀਂ ਹੈ ਤੈਨੂੰ ਕਰਾਉਣਾ ਚਾਹੀਦਾ ਇਹਦੇ ਨਾਲ ਵਿਆਹ। हमारी शादी इतनी बार ऑन ऑफ गई है, कोई हद नहीं। ਹਾਂਜੀ इवन रोके के बाद, एंगेजमेंट के बाद भी एक बारी तो फिर से ऑफ होने हुआ था हमारा। रिश्तेदार रह गया होना है जब? बस सर पूछो मत, मैं तो ਕੋਈ ਨਾ ਕੁਛ ਮੇਰੀ ਮੰਮਾ ਐਕਚੁਅਲੀ ਸਿੰਗਲ ਮਦਰ ਹੈ। ਆਈ ਲੋਸਟ ਮਾਈ ਫਾਦਰ ਵੈਨ ਆਈ ਵਾਸ ਵੈਰੀ ਯੰਗ, ਸੋ ਬਹੁਤ ਪ੍ਰੈਸ਼ਰ ਆ ਜਾਂਦਾ ਫੈਮਿਲੀ ਦੇ ਉੱਤੇ, ਮੇਰੀ ਮਦਰ ਦੇ ਉੱਤੇ ਬਹੁਤ ਜ਼ਿਆਦਾ ਪ੍ਰੈਸ਼ਰ ਸੀਗਾ, ਐਂਡ ਹਰ ਕੋਈ ਗਾਈਡ ਕਰਦਾ ਕਿ ਅੱਛਾ ਕੀ ਸੋਚਿਆ ਹੈ ਨਾ, ਫਿਰ ਕੋਈ ਨਾ ਕੋਈ ਆਪਣੀ ਟਿੱਪਣੀ ਵੀ ਦਿੰਦਾ ਹੈ ਨਾ, ਸੋ ਮਾਈਂਡ ਚੇਂਜ ਹੋ ਜਾਂਦਾ। ਮੈਂ ਕਿਹਾ ਮੈਂ ਤਾਂ ਸਵੇਰੇ ਕੁਝ ਹੋਰ ਗੱਲ ਕੀਤੀ ਸੀ, ਹੁਣ ਮੰਮਾ ਦਾ ਮਾਈਂਡ ਇੱਕਦਮ ਕਿਵੇਂ ਚੇਂਜ ਹੋ ਗਿਆ। ਸੋ ਅੰਟਿਲ ਸਾਡੀ ਵਿਆਹ ਤੱਕ ਮਤਲਬ ਕਿ ਸਭ ਕੁਝ ਔਨ ਆਫ ਚੱਲਦਾ ਰਿਹਾ। ਫਿਰ ਆਨੰਦ ਕਾਰਜ ਹੋਇਆ ਕਿ ਫੇਰੇ ਹੋਏ? ਸਾਡੇ ਸਰ ਦੋਨੋਂ ਆਨੰਦ ਕਾਰਜ ਵੀ ਹੋਏ ਤੇ ਫੇਰੇ ਵੀ ਹੋਏ ਸੇਮ ਡੇ। ਸਾਡਾ ਵਿਆਹ ਬਹੁਤ ਲੰਬਾ ਸੀਗਾ, टोटल 11 फेरे लिए हमने। ਯੈਸ, ਸਵੇਰੇ ਅਸੀਂ ਆਨੰਦ ਕਾਰਜ ਕੀਤੇ, ਰਾਤ ਨੂੰ ਸਾਡੇ ਫੇਰੇ ਹੋਏ। ਆਈ ਵੋਕ ਅਪ ਐਟ 2 o'clock ਇਨ ਦ ਮਾਰਨਿੰਗ, ਤੇ ਬਰਾਤ ਪਹੁੰਚੀ ਸੀਗੀ ਫਿਆਂਚੂ ਦੇ ਘਰ 7 ਵਜੇ ਸਵੇਰੇ। ਆਈ ਵਾਸ ਅਪ ਆਲ ਡੇ ਐਂਡ ਆਲ ਨਾਈਟ। ਸੋ मैं ना हमारे सारे लिसनर्स को जो बात बीच में रह जाएगी वो ये बताना चाहता हूँ, जितने भी यंग लोग भी सुन रहे हैं ये वाली चीज़, और आपकी भी सिमिलर काइंड ऑफ सिचुएशन है, मेरा सबसे ज़्यादा सजेशन ये है कि प्लीज़ 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 फोकस ऑन योर करियर, ठीक है। आपके पेरेंट्स आपका भला ही चाहते हैं, ठीक है, मतलब कहीं ना कहीं ये मैसेज रह ना जाए बातों बातों में, आपके पेरेंट्स आपका भला ही चाहते हैं, बट वो आपको सफ़र करना देखना नहीं चाहते। सो अगर आपने अपने करियर बना लिया, सब कुछ अच्छा चल लिया, और आपके बाकी डिसीजन से आपके पेरेंट्स को लगता है कि यार आप समझदार बन गए हो, तो आई डोंट थिंक कि वो फिर रोकेंगे, वो मना करेंगे, डिसीजन चैलेंज नहीं करते। हाँ, क्योंकि अगर ऐसा नहीं हो सकता ना कि आपके पेरेंट्स देख रहे हैं ये
10 डिसीजन लिए थे लाइफ के, छोटे मोटे सारे गलत ले लिए, अब वो 11वां सबसे बड़ा डिसीजन कैसे लेने दे इसको। तो आपको कहीं ना कहीं अपनी इमेज बनानी पड़ती है पेरेंट्स के आगे भी। ਹੁਣ ਕਿਵੇਂ ਚੱਲਦਾ? ਸਰ ਬਹੁਤ ਵਧੀਆ ਵਿਦ ਗॉड्स ਗ੍ਰੇਸ। ਅਜੇ ਵੀ ਵਿਸ਼ਵਾਸ ਨਹੀਂ ਹੁੰਦਾ ਮੈਨੂੰ, ਸਾਨੂੰ ਵਿਆਹ ਨੂੰ 5 ਸਾਲ ਹੋ ਗਏ ਆ ਅੱਛਾ। ਤੇ ਮੈਂ ਇਹਨੂੰ ਕਹਿੰਦੀ ਹੁੰਦੀ, ਮੈਂ ਕਿਹਾ ਅਜੇ ਵੀ ਮੈਨੂੰ ਵਿਸ਼ਵਾਸ ਨਹੀਂ ਹੁੰਦਾ ਆਪਣਾ ਵਿਆਹ ਹੋ ਗਿਆ। ਤੇ ਤੁਸੀਂ ਹੁਣ ਸੀਜੇ ਹੋ ਤੇ ਨਹੀਂ ਸਰ, ਮੇਰਾ ਸੀਪੀਏ ਦਾ ਫਾਈਨਲ ਅਜੇ ਅੱਛਾ, ਚੱਲ ਰਿਹਾ। ਸੋ ਆਈ ਐਮ ਅ ਸੀਨੀਅਰ ਪ੍ਰੋਜੈਕਟ ਅਕਾਊਂਟੈਂਟ ਅੱਛਾ। ਤੇ ਮੈਂ ਰੀਅਲ ਏਸਟੇਟ ਐਂਡ ਡਿਵੈਲਪਮੈਂਟ ਕੰਪਨੀ ਦੇ ਵਿੱਚ ਕੰਮ ਕਰਦੀ ਹਾਂ ਇੱਕ। ਤੁਹਾਡਾ ਆਪਣਾ ਬਿਜ਼ਨਸ ਹੈ? हाँ जी, मैं रियल्टर हूँ। ठीक है, तो कोई मेट्रो वैंकूवर में घर देख रहा है, प्लीज़ गिव अस अ कॉल। ਸੋ ਤੁਹਾਡਾ ਪਿਆਰ ਮੁਬਾਰਕ ਹੋਏ, ਸਿਰੇ ਚੜਿਆ, ਤੁਹਾਨੂੰ ਬਹੁਤ ਬਹੁਤ ਵਧਾਈਆਂ ਹੋਣ। थैंक यू सो मच Thank you सर। so ਔਰ much, ਇਸ sir. ਤਰ੍ਹਾਂ ਜਿਹੜੀਆਂ ਲਵ ਸਟੋਰੀਜ਼ ਨੇ ਹੁਣ ਆਈ ਥਿੰਕ ਦਿਨ ਬ ਦਿਨ ਜਿਹੜੇ ਪੇਰੈਂਟਸ ਨੇ ਹੋਰ ਜ਼ਿਆਦਾ ਅਕੋਮੋਡੇਟਿਵ ਹੋ ਰਹੇ ਨੇ। हाँ जी, ਅੱਗੇ ਨਾਲੋਂ ਜਦ ਤੱਕ ਤੁਸੀਂ 16 ਸਾਲ ਦੇ ਸੀ, ਅੱਜ 16 ਸਾਲ ਦੇ ਮੁੰਡੇ ਕੁੜੀ ਲਈ ਮੇਰਾ ਖਿਆਲ ਆ ਸਟਰਗਲ ਉਨੀ ਨਹੀਂ ਹੈ। चीज़ें चेंज हो गई। ਇੱਥੇ ਤਾਂ ਬਹੁਤ ਚੇਂਜ ਹੋ ਗਈ। इनफैक्ट कीरत की मैं अपनी मोहल्ले की बात करूं तो अब मेरी जो मदर इन लॉ हैं वो बड़े प्राउडली बोलते हैं, कहते हैं कीरत, अच्छा ये मेरा अटेम्प्ट है पंजाबी बोलने के लिए, कीरत तेरे ब्याह तो बाद सबने भी लव मैरिज खुल्लम खुल्ला कराने लग गए। ਹੁਣ ਗੱਲੋਂ ਗੱਲਾਂ ਹੋਣ हाँ, क्योंकि अब कि जैसे कीरत का हुआ तो वो होता है ना कि गली में स्टार्ट हो जाता है। ठीक है, तो अब थोड़ा सा ओपनली बताने लगे कि नहीं साडी कुड़ी ने भी लव मैरिज ही की सीगी। ਵਾਹ, ਹੁਣ ਤਾਂ ਫੀਲ ਪ੍ਰਾਊਡ ਅਬਾਊਟ ਇਟ। ਨਹੀਂ ਸਰ, ਮੇਨ ਚੀਜ਼ ਬਸ ਇਹ ਵੀ ਹੈ ਕਿ ਪੇਰੈਂਟਸ ਤੱਕ ਗੱਲ ਚਲੋ ਪਹੁੰਚਦੀ ਹੈ, ਬਟ ਐਜ਼ ਅ ਕਪਲ ਤੁਸੀਂ ਬਹੁਤ ਸ਼ੋਰ ਹੋਣੇ ਚਾਹੀਦੇ ਹੋ ਇੱਕ ਦੂਜੇ ਲਈ, ਹੈ ਨਾ। ਤੁਹਾਨੂੰ ਬਹੁਤ ਚੀਜ਼ਾਂ ਪਹਿਲਾਂ ਹੀ ਪਤਾ ਚੱਲ ਜਾਂਦੀਆਂ ਕਿ ਹਾਂਜੀ ਮੈਂ ਇਹਦੇ ਨਾਲ ਕੰਪੈਟੇਬਲ ਰਹੂੰਗੀ ਇਨ ਫਿਊਚਰ ਵੀ। ਤੁਸੀਂ ਆਪਸ 'ਚ ਜੇ ਪਹਿਲਾਂ ਹੀ ਲੜਾਈ ਝਗੜੇ ਹੁੰਦੇ ਜਾ ਰਹੇ ਨੇ ਤੇ ਯੂ ਆਰ ਨਾਟ ਸ਼ੋਰ, ਹੈ ਨਾ। ਸ਼ੰਕੇ ਦੇ ਵਿੱਚ ਵਿਆਹ ਨਹੀਂ ਕਰਾਉਣਾ ਹਾਂ ਚਾਹੀਦਾ। ਨਹੀਂ, ਉਹ ਨਹੀਂ, ਉਹ ਤੁਸੀਂ ਪੇਰੈਂਟਸ ਨੂੰ ਵੀ ਕਿਉਂ ਬੋਦਰ ਕਰਨਾ ਉਦੋਂ ਤੱਕ, ਹੈ ਨਾ। ਪਹਿਲਾਂ ਤੁਸੀਂ ਆਪਸ ਦੇ ਵਿੱਚ ਸੌਟ ਰੱਖੋ। ਫਿਆਂਜੂ ਹਮੇਸ਼ਾ ਮੈਨੂੰ ਇਹੀ ਕਹਿੰਦਾ ਸੀ, ਕਹਿੰਦਾ ਹਮੇ ਆਪਣਾ ਦੇਖਣਾ ਪਹਿਲੇ। ਇਹ ਲੱਖ ਰੁਪਏ ਦੀ ਗੱਲ ਤੁਹਾਡੀ ਬਹੁਤ ਵਧੀਆ ਹੈ। सर मैं एक और बात ऐड ऑन करना चाहता हूँ कि मेरे को लड़ाई झगड़े से प्रॉब्लम नहीं है। अब मुझे जो डर लगता है लाइफ में वो लगता है टू परफेक्ट लोगों से। अगर कोई इंसान आपके आगे बिल्कुल ही परफेक्ट है तो वो कुछ छुपा रहा है, ये मेरा लॉजिक है। आपको जैसे आप और मैं अगर दोस्त हैं, ठीक है, आपको पता है कि फियांशु ऐसे टाइम पे गुस्सा करता है, आपको फियांशु की कमियां दिखती हैं, तो वो इंसान है, हम वो दिखनी चाहिए, तो आपको पता होगा बुरे वक्त में कैसा बिहेव करेगा। अगर जो इंसान सारा टाइम ही भाई 10 on 10 चल रहा है, वो कुछ छुपा रहा है, वो फिर बड़े पंगे की वेट हो रही है। ਨਾਟਕ ਆ ਦੋ। या सो दिस इज व्हाट आई बिलीव इन। ਹੋਰ ਅਖੀਰ 'ਚ ਹੋਰ ਯੰਗ ਕੁੜੀਆਂ ਨੂੰ ਕੀ ਕਹਿਣਾ ਚਾਹੋਗੇ? ਸਰ ਯੰਗ ਕੁੜੀਆਂ ਨੂੰ ਮੈਂ ਇਹੀ ਕਹਿਣਾ ਚਾਹੂੰਗੀ ਕਿ ਆਪਣੇ ਕਰੀਅਰ ਨੂੰ ਤੁਸੀਂ ਕਦੇ ਵੀ ਬੈਕ ਸੀਟ ਤੇ ਨਾ ਰੱਖੋ, ਤੁਸੀਂ ਉਹਨੂੰ ਹਮੇਸ਼ਾ ਫਰੰਟ ਸੀਟ ਤੇ ਰੱਖੋ। ਐਂਡ ਨਾਲ ਆਪਣਾ ਜੋ ਤੁਸੀਂ ਤੁਹਾਡਾ ਪਾਰਟਨਰ ਜੋ ਤੁਸੀਂ ਚਾਹੁੰਦੇ ਹੋ ਕਿ ਹਾਂ ਇਹ ਮੇਰਾ ਬਣੇ, ਉਹ ਆਪਣੇ ਆਪ ਆ ਜਾਏਗਾ। ਤੁਸੀਂ ਆਪਣੇ ਆਪ ਉਸ ਚੀਜ਼ ਨੂੰ ਵੀ ਸਟਰੋਂਗ ਕਰ ਲਓਗੇ ਜੇ ਤੁਸੀਂ ਇੱਧਰਲੀ ਵਾਲੀ ਸਾਈਡ ਤੇ ਵੀ ਆਪਣਾ ਪਰਫੈਕਟ ਰੱਖ ਰਹੇ ਹੋ। ਸੋ ਕਰੀਅਰ ਦੇ ਵਿੱਚ ਮੈਂ ਕਹੂੰਗੀ ਕਦੇ ਵੀ ਆਪਣਾ ਫੋਕਸ ਨਾ ਛੱਡੋ। ਕੀਰਤ ਤੇ ਫਿयांशु, ਥੈਂਕ ਯੂ ਵੈਰੀ ਮਚ। थैंक यू सो मच सर। ਥੈਂਕ ਯੂ ਸੋ ਮਚ। ਟਾਈਮ ਥੋੜਾ ਵਰਨਾ ਹੋਰ ਬਹੁਤ ਸਾਰੀਆਂ ਗੱਲਾਂ ਹੋ ਸਕਦੀਆਂ, ਤਾਂ ਯੂ ਆਰ ਵੈਰੀ ਇੰਟਰਸਟਿੰਗ ਕਪਲ। ਥੈਂਕ ਯੂ। Thank you so much, sir. Thank you. Thank you.